ਉਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਸਾ ਦੀ ਵਾਰ ਦਾ ਅਖੀਰਲਾ ਛੱਕਾ ਆਰੰਭ ਕਰਦੇ ਨੇ। ਸਵੇਰੇ ਵੀ ਇਹੀ ਬਚਨ ਆਉਂਦਾ ਹੈ ਔਰ ਸ਼ਾਮ ਨੂੰ ਵੀ ਇਹੀ ਬਚਨ ਆਇਆ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਇੱਕੋ ਹੀ ਚੀਜ਼ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਜਣਾਉਂਦੇ ਨੇ। ਸਭ ਤੋਂ ਪਹਿਲਾਂ ਪ੍ਰਾਰੰਭ ਕਰਦੇ ਹਾਂ ਆਪਾਂ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੋ ਹਰੀ ਪਰਮੇਸ਼ਰ ਹੈ ਉਹਨੇ ਜੁਗਾਂ ਜੁਗਾਂ 'ਚ ਭਗਤ ਪੈਦਾ ਕੀਤੇ। ਯੁੱਗ ਨਾਮ ਦੋ ਦਾ ਵੀ ਹੈ, ਯੁੱਗ ਯੁੱਗ ਦੋ ਤੇ ਦੋ ਚਾਰ, ਚਾਰੇ ਯੁੱਗਾਂ ਵਿੱਚ ਪਰਮੇਸ਼ਰ ਨੇ ਭਗਤ ਪੈਦਾ ਕੀਤੇ। ਭਗਤਾਂ ਦੀ ਪਾਲਣਾ ਵੀ ਉਸਨੇ ਕੀਤੀ, ਰੱਖਿਆ ਵੀ ਉਸਨੇ ਕੀਤੀ। ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਵਾਹਿਗੁਰੂ ਫਿਰ ਉਹਨਾਂ ਆਪਣੇ ਭਗਤਾਂ ਪਿਆਰਿਆਂ ਦੀ ਪੈਜ ਵੀ ਰੱਖਦਾ ਆਇਆ। ਪਿੱਛੋਂ ਲੈ ਕੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਭਗਤਾਂ ਦੀ ਪੈਜ ਰੱਖੀ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਦੁਸ਼ਟ ਨੂੰ ਪਰਮੇਸ਼ਰ ਨੇ ਕਦੋਂ ਮਾਰਿਆ? ਸ਼ਾਮ ਦੇ ਵਕਤ, ਜਦੋਂ ਸੂਰਜ ਛੁਪ ਚੁੱਕਾ। ਉਸ ਸਮੇਂ ਨੂੰ ਕਹਿੰਦੇ ਨਾ ਦਿਨ ਨਾ ਰਾਤ। ਉਹਦਾ ਵਰ ਪੂਰਾ ਕੀਤਾ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਉੱਪਰ ਅਸਮਾਨ 'ਚ ਨਾ ਧਰਤੀ ਤੇ, ਨਾ ਕੋਈ 84 ਲੱਖ ਜੂਨ ਵਿੱਚੋਂ ਮੈਨੂੰ ਮਾਰ ਸਕੇ, ਨਾ ਕੋਈ ਮੈਨੂੰ ਸ਼ਸਤਰਾਂ ਨਾਲ ਕੱਟ ਸਕੇ। ਪਰਮੇਸ਼ਰ ਨੇ ਦੇਹਲੀ ਦੇ ਉੱਤੇ ਬੈਠ ਕੇ ਆਪਣੇ ਪੱਟ ਦੇ ਉੱਤੇ ਉਹਨੂੰ ਰੱਖਿਆ, ਅੱਧਾ ਅੰਦਰ ਅੱਧਾ ਬਾਹਰ, ਨਾ ਦਿਨ ਹੈ ਨਾ ਰਾਤ ਹੈ, ਨਾ 84 ਲੱਖ ਜੂਨ ਵਿੱਚੋਂ ਕੋਈ ਜੀਵ ਹੈ। ਫਿਰ ਪਰਮੇਸ਼ਰ ਨੇ ਪੁੱਛਿਆ, ਇਹ ਜੋ 9 ਹੁੰਦੇ ਨੇ ਇਹਨਾਂ ਨੂੰ ਕਿਸੇ ਸ਼ਸਤਰ ਵਿੱਚ ਤਾਂ ਨਹੀਂ ਗਿਣਿਆ? ਕਹਿਣ ਲੱਗੇ ਨਹੀਂ। ਤਾਂ ਫਿਰ ਕਹਿੰਦੇ ਲਓ ਮੈਂ 9 ਨਾਲ ਤੁਹਾਨੂੰ ਪਾੜਦਾ ਤੁਹਾਡੇ ਪੇਟ ਦੇ ਤਾਈਂ। ਹਰਨਾਕਸ਼ ਦੁਸ਼ਟ ਹਰ ਮਾਰਿਆ। ਪਰਮੇਸ਼ਰ ਨੇ ਮਾਰਿਆ, ਨਰਸਿੰਘ ਰੂਪ ਧਾਰਨ ਕਰਕੇ ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਦੀ ਕਲਿਆਣ ਕੀਤੀ ਮਹਾਰਾਜ ਨੇ। ਇਹ ਮਹਾਰਾਜ ਕਹਿੰਦੇ ਨੇ ਅੱਗੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀ ਅਤੇ ਨਿੰਦਕ ਲੋਕ ਜੀ ਜਿਹੜੇ ਸਨ, ਪੰਡਰਪੁਰ ਮੰਦਰ ਦੇ ਵਿੱਚ ਜਿਸ ਸਥਾਨ ਤੇ ਮੰਦਰ ਘੁਮਾ ਦਿੱਤਾ ਪਰਮੇਸ਼ਰ ਨੇ, ਨਾਮਦੇਵ ਜੀ ਪਰਮੇਸ਼ਰ ਦੇ ਪ੍ਰੇਮ ਵਿੱਚ ਐਸੇ ਆਏ, ਮੰਦਰ ਦੇ ਅੰਦਰ ਪ੍ਰਵੇਸ਼ ਹੋਏ, ਖੜਤਾਲਾਂ ਦੀ ਥਾਂ ਤੇ ਜੁੱਤੀਆਂ ਹੀ ਵਜਾਉਣ ਲੱਗ ਪਏ। ਇਹ ਵੀ ਇਤਿਹਾਸ ਵਿੱਚ ਆਇਆ। ਉਸ ਵਕਤ ਕਹਿਣ ਲੱਗੇ ਪੰਡਤ ਇਹ ਸ਼ੂਦਰ ਹੈ, ਦੂਸਰਾ ਇਹ ਆ ਬੜੀ ਵੱਡੀ ਗਲਤੀ ਕਰ ਰਿਹਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਚ ਆ ਕੇ ਪਤਾ ਨਹੀਂ ਕਿਵੇਂ ਹੋ ਗਿਆ ਇਹ ਕਾਰਜ। ਮੰਦਰ ਚੋਂ ਬਾਹਰ ਕੱਢੇ। ਫਿਰ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਅੱਗੇ ਤਾਨਾ ਵੀ ਮਾਰਿਆ, ਬੇਨਤੀ ਵੀ ਕੀਤੀ, ਤੇਰੀ ਪੈਜ ਪਛਾਉਂਦੀ ਹੋਏ ਲਾ। ਤੇ ਦੇਖ ਲਓ ਤੁਹਾਡੀ ਪੈਜ ਪਿੱਛੇ ਪੈ ਜਾਣੀ ਹੈ। ਹੁਣ ਆਪਣੇ ਭਗਤ ਦੀ ਪੈਜ ਰੱਖ। ਉਸ ਵਕਤ ਪਰਮੇਸ਼ਰ ਨੇ ਫਿਰ ਮੰਦਰ ਹੀ ਘੁਮਾ ਦਿੱਤਾ ਸਾਰਾ। ਮੰਦਰ ਦਾ ਮੁੱਖ ਨਾਮਦੇਵ ਜੀ ਵੱਲ ਕਰ ਦਿੱਤਾ। ਇਸ ਕਰਕੇ ਕਿਹਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਹੰਕਾਰੀ ਤੇ ਨਿੰਦਕ ਕੌਣ ਸੀ? ਦੁਰਯੋਧਨ। ਉਹਨਾਂ ਨੂੰ ਵੀ ਪਿੱਠ ਦਿੱਤੀ। ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਘਰ ਗਏ ਹੀ ਨਹੀਂ। ਬਿਦਰ ਦੇ ਘਰ ਜਾ ਕੇ ਰਾਤ ਬਤੀਤ ਕੀਤੀ। ਗੁਣ ਗਾਵਤ ਰਹਿਣ ਬਿਹਾਨੇ। ਖੀਰ ਸਮਾਨ ਸਾਗ ਮੈਂ ਪਾਇਆ, ਸਾਗ ਪ੍ਰਾਪਤ ਕਰ ਲਿਆ ਅਤੇ ਗੁਣਾਂ ਨੂੰ ਗਾਉਂਦਿਆਂ ਰਾਤ ਬਤੀਤ ਹੋਈ। ਤੇ ਨਾਮਦੇਵ ਜੀ ਨੂੰ ਆਪਣੇ ਮੁਖ ਨਾਲ ਲਾਇਆ, ਭਾਵ ਸਨਮੁਖ ਕੀਤਾ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੁਡਾਇਆ।
ਰੱਬ ਦੇ ਪਿਆਰੇ ਨੇ ਇਹੋ ਜਿਹੀ ਸੇਵਾ ਕੀਤੀ ਪਰਮੇਸ਼ਰ ਦੀ। ਪਰਮੇਸ਼ਰ ਨੇ ਅੰਤ ਨੂੰ ਆਪਣੇ ਪਿਆਰਿਆਂ ਨੂੰ ਜਮਾਂ ਦੀ ਫਾਹੀ ਤੋਂ ਛੁਡਾ ਲਿਆ। ਇਹ ਪਹਿਲਾ ਛੱਕਾ ਸ਼ਾਮ ਦੇ ਵਕਤ ਰਾਗੀ ਸਿੰਘ ਪੜ੍ਹਦੇ ਨੇ। ਇਸੇ ਪ੍ਰਕਾਰ ਰਹਿਰਾਸ ਸਾਹਿਬ ਜੀ ਦਾ ਪਾਠ ਗੁਰੂ ਘਰ ਵਿੱਚ ਸੰਧਿਆ ਦੇ ਸਮੇਂ ਕੀਤਾ ਜਾਂਦਾ, ਕਿਉਂਕਿ ਦੂਜੀ ਸੰਧਿਆ ਮੰਨੀ ਗਈ ਹੈ। ਪਹਿਲੀ ਸੰਧਿਆ ਅੰਮ੍ਰਿਤ ਵੇਲੇ ਦੀ ਸ੍ਰੀ ਜਪਜੀ ਸਾਹਿਬ ਦੇ ਪਾਠ ਤੋਂ ਪ੍ਰਾਰੰਭ ਕਰਦੇ, ਤੇ ਇਹ ਰਹਿਰਾਸ ਦੂਜੀ ਸੰਧਿਆ ਹੈ ਜੋ ਸੂਰਜ ਛਿਪਣ ਵੇਲੇ ਪੜ੍ਹਨ ਦੀ ਗੁਰੂ ਸਾਹਿਬਾਂ ਵੱਲੋਂ ਗੁਰੂ ਕੇ ਸਿੱਖਾਂ ਨੂੰ ਆਗਿਆ ਹੈ। ਅਤੇ ਤੀਸਰੀ ਸੰਧਿਆ ਕੀਰਤਨ ਸੋਹਿਲਾ ਜੋ ਗੁਰੂ ਸਾਹਿਬ ਜੀ ਵੱਲੋਂ ਰਾਤ ਨੂੰ ਸੌਣ ਵੇਲੇ ਪੜ੍ਹਨ ਦਾ ਸਾਰਿਆਂ ਨੂੰ ਗੁਰਮੁਖਾਂ ਨੂੰ ਹੁਕਮ ਹੈ। ਗੁਰਸਿੱਖਾਂ ਪਿਆਰਿਆਂ ਨੂੰ ਰਾਤ ਨੂੰ ਪਾਠ ਕਰੋ ਕੀਰਤਨ ਸੋਹਿਲੇ ਦਾ। ਹੁਣ ਜੋ ਵੀ ਸਿੱਖ ਮਾਈ ਭਾਈ ਇਹਨਾਂ ਤਿੰਨ ਸੰਧਿਆਂ ਦਾ ਪਾਠ ਨੇਮ ਨਾਲ ਰੋਜ਼ਾਨਾ ਸ਼ਰਧਾ ਸਹਿਤ ਕਰਦਾ ਹੈ, ਉਸ ਦਾ ਲੋਕ ਪਰਲੋਕ ਵਿੱਚ ਮਹਾਰਾਜ ਆਪ ਜਾ ਕਰਕੇ ਉਸ ਦੀ ਮਦਦ ਕਰਦੇ ਨੇ, ਉਸ ਦੇ ਰਾਖੇ ਹੁੰਦੇ ਨੇ। ਗੁਰੂ ਸਾਹਿਬ ਉਹਦੇ ਸਹਾਇਕ ਹੁੰਦੇ ਨੇ। ਜੋ ਗੁਰਸਿੱਖ ਇਹਨਾਂ ਤਿੰਨ ਸੰਧਿਆ ਦਾ ਪਾਠ ਨਹੀਂ ਕਰਦਾ, ਉਸ ਦੀ ਸਹਾਇਤਾ ਮਹਾਰਾਜ ਨਹੀਂ ਕਰਦੇ। ਇਸ ਕਰਕੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਰਹਿਰਾਸ ਅਤੇ ਕੀਰਤਨ ਸੋਹਿਲਾ ਇਹ ਤਿੰਨ ਜ਼ਰੂਰੀ ਸੰਧਿਆ ਹੈ ਸਾਡੇ ਲਈ। ਇਸ ਵਾਸਤੇ ਹਰ ਪ੍ਰਾਣੀ ਨੂੰ, ਗੁਰਮੁਖ ਨੂੰ, ਗੁਰਸਿੱਖ ਮਾਈ ਭਾਈ ਨੂੰ ਇਹੀ ਚਾਹੀਦਾ ਹੈ, ਜੇ ਉਹ ਚਾਹੁੰਦੇ ਨੇ ਲੋਕ ਪਰਲੋਕ ਮੁਖ ਉਜਲਾ ਕਰਨਾ ਤਾਂ ਫਿਰ ਇਹਨਾਂ ਬਾਣੀਆਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਜੋ ਪੰਜ ਗ੍ਰੰਥੀ ਬਾਬਾ ਦੀਪ ਸਿੰਘ ਜੀ ਨੇ ਲਿਖੀ, ਭਾਈ ਮਨੀ ਸਿੰਘ ਹੋਣਾ ਨੇ ਜੋ ਪਾਠ ਉਚਾਰਨ ਕੀਤੇ, ਉਹਨਾਂ ਵਿੱਚ ਪ੍ਰਾਰੰਭ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖ ਕੇ। ਇੱਕ ਜੋ ਪਰਮੇਸ਼ਰ ਓੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੈ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸ਼ਲੋਕ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮ ਨਾ ਹੋਏ। ਹੁਣ ਸਤਿਗੁਰਾਂ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਰੇ ਰੋਗਾਂ ਦੀ ਨਿਵਰਤੀ ਦਾ ਦਾਰੂ ਕਿਹੜਾ ਹੈ, ਕਿਰਪਾ ਕਰਕੇ ਦਾਰੂ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੇ ਗੁਰਸਿੱਖਾਂ ਨੂੰ ਦਾਰੂ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਹੈ, ਭਾਈ ਗੁਰਸਿੱਖੋ, ਸੰਸਾਰ ਦੇ ਵਿੱਚ ਜਿਤਨੇ ਵੀ ਵਿਸ਼ਿਆਂ ਦੇ ਸੁੱਖ ਨੇ, ਇੱਕ ਤਾਂ ਇਹ ਵੱਡਾ ਰੋਗ ਪੈਦਾ ਹੋ ਰਿਹਾ ਸਾਰੇ ਸੰਸਾਰ ਨੂੰ। ਫਿਰ ਉਸ ਦੀ ਨਿਵਰਤੀ ਵਾਸਤੇ ਜੋ ਜਪ ਤਪ ਦਾ ਦੁੱਖ ਸਹਾਰਨਾ ਹੈ, ਇਹ ਵੀ ਇੱਕ ਦਾਰੂ ਬਣ ਰਿਹਾ। ਜਾਂ ਫਿਰ ਜਿਹੜੇ ਵਿਸ਼ੇ ਸੁੱਖ ਵਿੱਚ ਮਨ ਲੱਗਾ ਹੋਵੇ ਤਾਂ ਪਰਮਾਤਮਾ ਦੀ ਪ੍ਰਾਪਤੀ ਦੀ ਤਾਮ ਇੱਛਾ ਪੈਦਾ ਹੀ ਨਹੀਂ ਹੁੰਦੀ। ਤਾਂ ਇਸ ਪ੍ਰਕਾਰ ਜੇ ਹੁਣ ਪਰਮਾਤਮਾ ਵੱਲ ਲੱਗੀਏ ਤਾਂ ਵਿਸ਼ਿਆਂ ਦੀ ਇੱਛਾ ਪੈਦਾ ਨਹੀਂ ਹੁੰਦੀ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੁਣ ਜੇ ਸੰਸਾਰੀ ਸੁੱਖ 'ਚ ਮਨ ਲੱਗਿਆ ਹੋਇਆ ਤਾਂ ਪਰਮੇਸ਼ਰ ਦੀ ਪ੍ਰਾਪਤੀ ਦੀ ਫਿਰ ਇੱਛਾ ਕਿੱਥੋਂ ਪੈਦਾ ਹੋਵੇ ਮਨ ਦੇ ਵਿੱਚ, ਕਿਉਂਕਿ ਦਿਨ ਰਾਤ ਤਾਂ ਵਿਸ਼ਿਆਂ ਵਿੱਚ ਗਲਤਾਨ ਹੋਇਆ ਬੈਠਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ। ਹੁਣ ਜਿੰਨਾ ਵੀ ਸਾਨੂੰ ਦੁੱਖ ਮਹਿਸੂਸ ਹੁੰਦਾ, ਜ਼ਰੂਰ ਸਵੇਰੇ ਉੱਠਣਾ, ਨੀਂਦ ਦਾ ਤਿਆਗ ਕਰਨਾ, ਠੰਡਾ ਪਾਣੀ ਪਾਉਣਾ, ਬੈਠਣਾ, ਸਰੀਰ ਨੂੰ ਥੋੜਾ ਬਹੁਤ ਇਹ ਕਸ਼ਟ ਹੈ, ਤਪ ਹੈ ਸਾਡਾ। ਪਰ ਮਹਾਰਾਜ ਕਹਿੰਦੇ ਨੇ ਇਹੀ ਦਾਰੂ ਬਣ ਗਿਆ, ਜਿਹਨੂੰ ਅਸੀਂ ਦੁੱਖ ਰੂਪ ਕਰਕੇ ਮਹਿਸੂਸ ਕਰਦੇ ਹਾਂ। ਹੁਣ ਬੈਠਣਾ ਪਵੇਗਾ, ਹੁਣ ਸਾਨੂੰ ਅੰਮ੍ਰਿਤ ਛਕ ਕੇ ਫਿਰ ਸਭ ਚੀਜ਼ਾਂ ਛੱਡਣੀਆਂ ਪੈਣਗੀਆਂ। ਇਹ ਵੀ ਇੱਕ ਤਪ ਹੈ। ਸਾਨੂੰ ਪੁਰਾਣੇ ਜੋਗੀ ਲੋਕ ਤਪ ਕਰਦੇ, ਹੁਣ ਵੀ ਸਾਨੂੰ ਲੋਕ ਕਹਿੰਦੇ ਨੇ ਕਿ ਤੁਸੀਂ ਤਾਂ ਘਾਹ ਫੂਸ ਆਦਿਕ ਖਾਣ ਵਾਲੇ ਹੋ।
ਤੁਹਾਨੂੰ ਕੀ ਪਤਾ ਹੈ ਸੰਸਾਰ ਦੇ ਸਵਾਦਾਂ ਦਾ। ਪੁਰਾਣੇ ਰਿਸ਼ੀ ਮੁਨੀ ਜਿਤਨੇ ਜੰਗਲਾਂ 'ਚ ਬੈਠ ਕੇ ਭਗਤੀ ਕਰਦੇ ਸਨ, ਉਹ ਘਾਹ ਪੱਤੇ ਆਦਿਕ ਖਾ ਕੇ ਗੁਜ਼ਾਰਾ ਕਰਦੇ ਸੀ। ਸਾਨੂੰ ਤਾਂ ਫਿਰ 99 ਤਰ੍ਹਾਂ ਦੀਆਂ ਇਹ ਚੀਜ਼ਾਂ ਮਿਲਦੀਆਂ, ਕੀ ਹੋ ਗਿਆ ਜੇ ਅਸੀਂ ਇੱਕ ਚੀਜ਼ ਨਹੀਂ ਖਾਂਦੇ। ਪੁਰਾਣੇ ਰਿਸ਼ੀ ਮੁਨੀ ਜੰਗਲਾਂ ਵਿੱਚ ਜਿਨ੍ਹਾਂ ਨੂੰ ਸਿਰਫ ਇਹੀ ਪਦਾਰਥ ਮਿਲਦੇ ਛੋਟੇ ਮੋਟੇ, ਕਦੇ ਰੋਟੀ ਮਿਲ ਜਾਂਦੀ ਕਦੇ ਨਾ ਮਿਲਦੀ, ਉਹਨਾਂ ਨੇ ਤਪੱਸਿਆ ਕੀਤੀ, ਭਗਤੀ ਕੀਤੀ, ਤਾਂ ਸਾਨੂੰ ਇਹਦੇ 'ਚ ਹੁਣ ਕਾਹਦਾ ਦੁੱਖ ਹੈ? ਕਿਉਂਕਿ ਇਹੀ ਦੁੱਖ ਨੇ ਦਾਰੂ ਵਿੱਚ ਬਦਲ ਜਾਣਾ, ਤੇ ਜਿਹੜਾ ਤੁਸੀਂ ਸੁੱਖ ਲੈ ਰਹੇ ਹੋ ਇਹ ਤੁਹਾਡੇ ਸੁੱਖ ਨੇ ਹੀ ਦੁੱਖ ਰੂਪ ਦੇ ਵਿੱਚ ਤਬਦੀਲ ਹੋ ਜਾਣਾ ਹੈ। ਸੁੱਖ ਨੇ ਰੋਗ ਬਣ ਜਾਣਾ ਹੈ। ਤੁਸੀਂ ਹੁਣ ਤਾਂ ਲੈ ਰਹੇ ਹੋ ਸੁੱਖ, ਬੜੇ ਖੁਸ਼ ਹੁੰਦੇ ਹੋ ਕਿ ਅਸੀਂ ਸੰਸਾਰ ਦੇ ਰਸਦਾਇਕ ਪਦਾਰਥਾਂ ਨੂੰ ਖਾ ਰਹੇ ਹਾਂ, ਪਰ ਤੁਸੀਂ ਬਾਲਕਾਂ ਦੀ ਨਿਆਈ ਸਮਝਦੇ ਨਹੀਂ। ਜਿਵੇਂ ਬੱਚੇ ਬਹੁਤ ਸਾਰੀਆਂ ਸਕੂਲਾਂ 'ਚ ਇੱਧਰ ਉੱਧਰ ਦੁਕਾਨਾਂ ਤੋਂ ਲੈ ਲੈ ਗਲਤ ਚੀਜ਼ਾਂ ਖਾਈ ਜਾਂਦੇ ਨੇ, ਫਿਰ ਉਹਨਾਂ ਨੂੰ ਫੋੜੇ ਫਿਣਸੀਆਂ ਨਿਕਲਦੇ ਨੇ, ਮਿਹਦੇ ਖਰਾਬ ਹੋ ਜਾਂਦੇ ਨੇ, ਬਹੁਤ ਸਾਰੇ ਬੱਚਿਆਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਹੁਣ ਸਤਿਗੁਰੂ ਰੋਕਦੇ ਨੇ, ਪਰ ਅਸੀਂ ਰੁਕਦੇ ਨਹੀਂ। ਗਲਤ ਭੋਜਨਾਂ ਤੋਂ, ਗਲਤ ਖਾਣਿਆਂ ਤੋਂ ਉਹਨਾਂ ਨੇ ਹੀ ਸਾਨੂੰ ਫਿਰ ਦੁੱਖ ਰੂਪ ਹੋ ਕੇ ਚਿੰਬੜ ਜਾਣਾ। ਨਵੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਚੱਲੀਆਂ ਨੇ ਇਸੇ ਕਰਕੇ ਚੱਲੀਆਂ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਈ ਜਿਹੜਾ ਇਹ ਵਿਸ਼ੇ ਸੁੱਖ ਹੈ ਇਹਦੀ ਤਾਮ ਨਾ ਕਰੋ, ਇਹਦੀ ਇੱਛਾ ਨਾ ਕਰੋ ਕਿ ਸਾਨੂੰ ਵਿਸ਼ਿਆਂ ਦਾ ਸੁੱਖ ਪ੍ਰਾਪਤ ਹੋਵੇ, ਸਾਨੂੰ ਤਰਕਾਰੀਆਂ ਦੇ ਸੁੱਖ ਮਿਲਣ, ਸਾਨੂੰ ਫਲਾਨਾ ਸੁੱਖ ਮਿਲੇ। ਇਹਨਾਂ ਸੁੱਖਾਂ ਨਾਲ ਤੁਹਾਨੂੰ ਕੁਛ ਨਹੀਂ ਮਿਲਣਾ, ਕੁਛ ਮਿਲਣਾ ਵੀ ਨਹੀਂ। ਤੂੰ ਕਰਤਾ ਕਰਨਾ ਮੈਂ ਨਾਹੀ। ਇਹ ਕਰਤਾ ਪੁਰਖ ਵਾਹਿਗੁਰੂ ਜੀ, ਤੁਸੀਂ ਆਪ ਹੀ ਕਰਨਾ ਮੈਂ, ਕਿਰਪਾ ਸਰੂਪ ਹੋ। ਇਹ ਜਿਵੇਂ ਜਾਪ ਸਾਹਿਬ ਵਿੱਚ ਆਉਂਦੇ ਨੇ ਪਾਠ ਕਰੁਣਾਲਿਆ ਹੈ, ਕਰੁਣਾਕਰ ਹੈ, ਇਸੇ ਤਰ੍ਹਾਂ ਹੀ ਇਹ ਪਾਠ ਕਰੁਣਾ ਮੈਂ ਇਕੱਠਾ ਹੀ ਕਰਨਾ ਹੈ। ਕਰਨਾ ਤੇ ਮੈਂ ਅੱਡ ਅੱਡ ਨਹੀਂ ਕਰਨਾ। ਤੂੰ ਕਰਤਾ ਕਰਨਾ ਮੈਂ, ਅਸਲ ਵਿੱਚ ਇਹ ਸ਼ੁੱਧ ਪਾਠ ਜੇ ਦੇਖੀਏ ਤਾਂ ਇਹ ਬਣ ਜਾਵੇਗਾ ਕਰੁਣਾ ਮਾਇਆ, ਮੰਮਾ ਤੇ ਯਈਆ, ਕਰੁਣਾ ਮਾਇਆ। ਜਿਵੇਂ ਆਉਂਦਾ ਗਗਨ ਮਾਇਆ ਥਾਲ, ਉੱਥੇ ਵੀ ਮੈਂ ਨਹੀਂ ਕਹਿਣਾ, ਗਗਨ ਮਾਇਆ ਮੈਂ ਨਾਮ ਸਰੂਪ ਦਾ ਹੁੰਦਾ, ਮੰਮਾ ਤੇ ਯਈਏ ਦਾ। ਤੂੰ ਕਰਤਾ ਕਰਨਾ ਮੈਂ, ਆਪ ਕਿਰਪਾ ਦੇ ਸਰੂਪ ਹੋ ਜੀ। ਜਾਹੋ ਕਰੀ ਨਾ ਹੋਈ, ਤੇ ਮੈਂ ਕੁਛ ਨਹੀਂ ਕਰ ਸਕਦਾ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਜੇ ਕਰਕੇ ਮੈਂ ਕਰਨ ਦਾ ਕੁਝ ਉਦਮ ਵੀ ਕਰਾਂ ਤਾਂ ਵੀ ਕੁਝ ਆਪਣੇ ਆਪ ਨਹੀਂ ਮੇਰੇ ਪਾਸੋਂ ਹੋ ਸਕਦਾ। ਬਲਿਹਾਰੀ ਕੁਦਰਤ ਵਸਿਆ। ਇਹ ਵਾਹਿਗੁਰੂ, ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ, ਕਿਉਂਕਿ ਤੁਸੀਂ ਆਪਣੀ ਕੁਦਰਤ ਵਿੱਚ ਵਸ ਰਹੇ ਹੋ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬਾਕਾਰ। ਜਿਸ ਪ੍ਰਕਾਰ ਕਿਸੇ ਜ਼ਿਮੀਂਦਾਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ, ਕੁਦਰਤ ਦਿਖਾਓ ਕੀ ਹੁੰਦੀ। ਮਹਾਰਾਜ ਕਹਿਣ ਲੱਗੇ, ਕਣਕ ਦਾ ਬੂਟਾ ਸਾਹਮਣੇ ਖੜਾ, ਲਿਆ ਪੱਟ ਕੇ। ਜਦੋਂ ਬੂਟਾ ਪੱਟਿਆ ਕਣਕ ਦਾ ਤਾਂ ਉਹਦੇ ਥੱਲੇ ਅੱਗ ਬਲ ਰਹੀ। ਅੱਗ ਬਲਦੀ ਹੋਈ ਦੇਖ ਕੇ ਡਰ ਗਿਆ ਤੇ ਬੂਟਾ ਲੈ ਕੇ ਜਦੋਂ ਉੱਥੇ ਹੀ ਰੱਖ ਦਿੱਤਾ। ਫਿਰ ਮਹਾਰਾਜ ਕੋਲ ਆਇਆ, ਮਹਾਰਾਜ ਜੀ ਬੂਟੇ ਥੱਲੇ ਤਾਂ ਅੱਗ ਬਲ ਰਹੀ ਹੈ। ਮਹਾਰਾਜ ਕਹਿੰਦੇ, ਇਸੇ ਦਾ ਨਾਮ ਹੈ ਕੁਦਰਤ। ਵੇਖੋ ਕੁਦਰਤ ਹੈ, ਸਾਡੇ ਪੇਟ ਵਿੱਚ ਅਗਨੀ ਹੈ, ਜਠਰਾਗਨ ਪਰ ਸੜਦੇ ਨਹੀਂ। ਦਰਖਤਾਂ ਵਿੱਚ ਸਮਾਨ ਅਗਨੀ ਹੈ। ਹਰ ਇੱਕ ਚੀਜ਼ ਕਿੱਥੇ ਰੱਖੀ ਹੋਈ ਹੈ? ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜੀਉ ਸੋਇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਸਾਰੀਆਂ ਚੀਜ਼ਾਂ ਵਾਹਿਗੁਰੂ ਨੇ ਭੈ ਦੇ ਵਿੱਚ ਬੰਨੀਆਂ ਹੋਈਆਂ ਨੇ। ਕੋਈ ਚੀਜ਼ ਹਿੱਲ ਨਹੀਂ ਸਕਦੀ ਆਪਣੇ ਥਾਂ ਤੋਂ। ਦਰਿਆ ਹੋਏ, ਸਮੁੰਦਰ ਹੈ, ਇਹ ਪਾਣੀ ਵੀ ਉਹਦੇ ਹੁਕਮ 'ਚ ਬੰਨਿਆ ਹੋਇਆ, ਅੱਗ ਵੀ ਹੁਕਮ ਵਿੱਚ ਬੰਨੀ ਹੋਈ ਹੈ, ਧਰਤੀ ਉਹਦੇ ਹੁਕਮ 'ਚ ਹੈ, ਆਕਾਸ਼ ਦੇ ਤਾਰੇ ਵੀ ਉਹਦੇ ਹੁਕਮ 'ਚ ਨੇ। ਮਹਾਰਾਜ ਕਹਿੰਦੇ ਨੇ, ਵਾਹਿਗੁਰੂ ਕਿੱਥੇ ਵਸਿਆ ਹੋਇਆ ਦੇਖ ਸਕਦੇ ਹੋ? ਕੁਦਰਤ ਦੇ ਵਿੱਚ ਦੇਖ ਸਕਦੇ ਹੋ ਉਹਨੂੰ। ਵੈਸੇ ਤਾਂ ਨਹੀਂ ਦਿਖਦਾ ਪਰਮੇਸ਼ਰ। ਕਰੰਟ ਦੀਆਂ ਤਾਰਾਂ ਵਿੱਚ ਕਰੰਟ ਜਿਵੇਂ ਨਹੀਂ ਦਿਖਦਾ, ਪਰ ਦਿਖ ਜਾਂਦਾ ਹੈ ਤਦੋਂ ਜਦੋਂ ਬੱਲਬ ਨਾਲ ਜੋੜ ਦਈਏ, ਬੱਲਬ ਜਗਦਾ ਦਿਖਦਾ ਹੈ। ਲਾਈਟ ਆ ਰਹੀ ਜਾਂ ਨਹੀਂ ਆ ਰਹੀ, ਇਹ ਆਪਾਂ ਬੱਲਬ ਲਾ ਕੇ ਦੇਖਦੇ ਹਾਂ ਜਾਂ ਪੱਖਾ ਚਲਾ ਕੇ ਦੇਖ ਸਕਦੇ ਹਾਂ।
जे तारां विच वैसे देखना चाहिए लाइट आ रही या नहीं आ रही, तारां नूं हथ ला के नहीं देख सकते। वाहिगुरू की जोत इसे तरह ही सर्व व्यापक है। ये सारे जिन्ने जीव ने 84 ਲੱਖ जून है, ये वो बल्ब ने। ये मनुख का 1000 वाट का बल्ब है, उदों छोटिया का कोई 500 वाट का, निक्कियां निक्कियां कीड़ियां ने, छोटे बल्ब हो गए। ये ਉਹਦੀ एक प्रतीति ਹੁੰਦੀ ਇਹਨਾਂ ਮਨੁੱਖਾਂ ਰਾਹੀਂ कि आ देखो वाहिगुरू अपनी सत्ता दे के इन्हों ਤੋੜੀ फिरदा है, ये मिट्टी के पुतलियां नूं। और फिर ਉਹਦੀ सत्ता सारे किते व्यापक है, ਉਹਦੀ सत्ता ਦੇ ਵਿੱਚ ਅਸੀਂ ਤੁਰੇ फिर रहे हैं और हर वक्त साडे नाल हाजिर नाजर है। जिस तरह इलैक्ट्रिक ट्रेन जिहड़ी चलदी है, ਉਹਦੇ नाल बिजली का इंतजाम है। उतले पासे ਉਹਦੇ ऐसा सिस्टम बना दिता कि ਉਹਦੇ नाल अपने आप ही ट्रेन चली जा रही, क्योंकि उन्हें बिजली मिल रही। जे किते लाइट चली जाए ट्रेन उत्थे ही खड़ जाती। उस लाइट ने उन्होंने सर्व व्यापक बनाने का यत्न किया कि हर थां लाइट हो, पर वो तो चली जाती। वाहिगुरू की सत्ता जाती नहीं। वाहिगुरू तो हुण भी करंट रूप में साडे च व्यापक है, उन्होंने असीं चेतन सत्ता कह देंगे। तेरा अंत ना जाई लखिया रहा। हे महाराज जी, तुहाडे गुणां दा अंत नहीं पाया जाता, तुहाडा अंत नहीं पाया जाता। गिनती करके मिणती करके बेशुमार बेअंत स्वामी, तेरे अंत ना किन्ही लही है, तुहाडा अंत पाया ही नहीं जा सकता। किड्डे क वड्डे हो तुसीं। जात मह जोत जोत मह जाता। हे ज्योति रूप वाहिगुरू जी, आप जात का मतलब है सृष्टि। सृष्टि विच तैनूं ते हे ज्योति वाहिगुरू, तेरे विच सृष्टि नूं ताणे पेटे वांगू जाना कीता है। असीं तां इउं जाणिया कि सृष्टि दे विच तुसीं ही बस रहे। दूजा तां कोई इत्थे नज़र नहीं आउंदा सानूं कि परमात्मा तो बिना कोई चीज़ अपने आप होर क्रिया कर सकती होवे। और फिर अकल, कल्पना तो रहत हो आप। अकल अकल आप कह दें, असल में अकल बनता, थोड़ा जिहा अकल करके बोलना। अकल कला भरपूर रहा। अकल तो भाव कल्पना तो रहत है, तो अपनी कला शक्ति द्वारा सारे किते आप व्यापक हो रहे हो। अथवा कहते हैं जात नाम बुद्धि का है। जात में जोत, बुद्धि दे विच जोत है। ये जोत में जाता, उस जोत विच जाणिया। बुद्धि विच जोत किहड़ी आ गई? आत्मा। आत्मा का अक्स जिहड़ा पै रहा है, इस करके सृष्टि हो गई। एक तो सृष्टि विच भी हे वाहिगुरू तुसीं व्यापक हो, और फिर सारिया बुद्धियां दे विच आप बैठे हो, आत्मा रूप होकर प्रकाश कर रहे हो। ਉਹਦੇ ਵਿੱਚ ਤੁਹਾਨੂੰ ਜਾਣਿਆ है। तू सच्चा साहिब सिफत सवालिओ, जिन कीती सो पार पाया। हे महाराज, तुसी आप सच्चे साहिब हो, ਅਤੇ ਤੁਹਾਡੀ ਜਿਹੜੀ ਸਿਫਤ है वो सवालिओ सलाहने योग है। केता ताण सवालिओ रूप, उत्थे सवालिओ नाम सुंदरता का है। आप जी की सिफत जिहड़ी सलाहने योग है, आप अति सुंदर हो। फिर जिसने भी आप की सिफत की वो संसार सागर चो पार पै गया, ਉਹਦੇ उत्ते कृपा हो गई। आप जी की सिफत जिन्हें जिन्हें भी की है, उसे उत्ते आपने कृपा करके संसार सागर चों कढ़ लैना किया। कहो नानक करते कियां बातां, जो किछ करना सो कर रहा। तो सतगुरु महाराज फरमाउंदे ने, करते पुरख दीयां जो गल्लां ने उन्हां नूं करता आप ही जानदा है, अते जो कुछ उस करते ने करना है उस गल नूं भी वो आप ही कर रहा। जो कुछ करना सो कर रहा। वो ज आपां नूं कहण दी की लोड़ है कि हुण तुसीं आ ना करो जां आ करो। उन्हें तो जो करना ना वो कर ही देना है, जो करना वो कर ही रहा। तुहाडे कहा ना उन्हें बदलना है, ना वो किसी की सलाह लैंदा है। इस करके जो वाहिगुरू करता है उस नूं ही सिर मत्थे उत्ते मन के परमेश्वर के भाणे विच आ जाओ। सोदर राग आसा महला पहला। सो ये रह रास वाला सोदर है। एक तो जपजी साहब दे विच आ चुकिया, दूसरा हुण रह रास विच श्रवण कर रहे हैं। गुरु ग्रंथ साहिब के शुरू में ही प्रारंभ होंदा है 9 अंग के उत्ते, 8 अंग के थल्ले वाले पास जिथे श्लोक की समाप्ति। तो सोदर, सो वो जो दर है परमेश्वर का। आसा राग दे विच पहले पातशाह का शब्द है, एक ओंकार सतगुर प्रसाद।
ये साडा बीज मंत्र है। तो रहरास साहब सोदर दी उथानका संप्रदाय महापुरुषों पासों जिस प्रकार सुनी है, तो जिस समय गुरु नानक देव जी अकाल पुरख के सदे अनुसार सुल्तानपुर वेई नदी विच प्रवेश होके टुब्बी मार के सचखंड विच वाहिगुरु के दरबार च पहुंचे, तो परमेश्वर के सन्मुख उस्तति रूप ये सोदर गुरु साहब जी ने उच्चारण किया। सन्मुख है यह, क्योंकि ये सन्मुख वाले अखर वरते ने। सो दर तेरा कहा, ये सामने खड़ के कहा जाता है। जिवें सिद्धा ने पूछा सी सो दर कहा सो घर कहा, वो फिर पूछया उन्होंने। बेबे नानकी जी ने वचन किया, भराता जी जदों तुसीं गए उत्थे तो कैसा दर है, उत्थे फिर आसा राग दे शुरू च आवेगा शब्द सो दर तेरा कहा सो घर कहा, उत्थे ऐसा वचन कहा। तो हुण पहले पातशाह गुरु नानक देव जी आसा राग दे विच सोदर नामे शब्द नूं उचारण करते हैं। सो पुरख चौथे पातशाह ने वचन किया, जिवें अकाल पुरख सो ओ जो वाहिगुरु, सो दर ओदा दर जिहड़ा सचखंड है वो कैसा है। सो सोदर की जिहड़ी चाल है वो छंद की चाल है। सो दर उस परमेश्वर के दरवाजे का जिस विच कथन किया होवे उहनूं कहंदे ने सो दर। जिस शब्द के दर अंदर उस परमेश्वर के जस का निरूपण होवे सो कहिए सो दर। वाहिगुरु ने गुरु नानक देव जी नूं वचन किया, साडा दरवाजा ते घर आप जी ने किहड़ा निश्चय किया है। तो सतगुरु महाराज अग्यों उत्तर रूप विच इस प्रकार फरमाउंदे ने, सो दर तेरा कहा सो घर कहा, जित बह सर्ब संभाले। हे वाहिगुरु वो दरवाजा तुहाडा किहड़ा है, किहड़ा दरवाजा कहना करिए, अते तुहाडा वो किहड़ा घर है जिथे बैठ के आप सारे जीवां की संभाल करते हो। सारे दरवाजे अते सारे घर आप जी दे ही हन। जिन्ने दुनिया च भी दरवाजे ने लोकां दे बनाए होए, ये किहड़ा लोकां दे ने, ये भी वाहिगुरु दे ने। जिन्ने दुनिया च घर ने ये भी वाहिगुरु दे ने। फिर जिन्ने शरीरां रूपी घर ने ये भी वाहिगुरु दे ने। कर आसन डिठो जाओ, हरमंदर इहो शरीर है। तुसी सारे घरां विच भी बैठे हो, शरीरां विच भी बैठे हो। इस करके इदम मिथ दे मुताबक कुछ भी नहीं कहा जा सकता, अंदाजे मुताबक। फिर वाहिगुरु ने वचन किया कि सिखां नूं समझाउण वास्ते आप जी ने मेरा दरवाजा ते घर किहड़ा निश्चय किया होया। तां महाराज ने उत्तर दिता, है वाहिगुरु जी संसार रूप दरवाजा आप जी का कथन किया है। पिछे जपजी साहब विच भी सोदर दे अर्थ आ चुके हैं। यही वचन उत्थे कीते सी कि संसार रूप तां आप जी का दरवाजा है, अते बैकुंठ जो सचखंड है बैकुंठ रूप घर तुहाडा कथन किया है। सचखंड तां तुहाडा घर हो गया, अते जिहड़ा संसार है ये तुहाडा दर हो गया, दरवाजा हो गया। जिस बैकुंठ घर विच बैठ के आप सारे जीवां की संभाल करते हो। वाजे तेरे नाद अनेक असंख्या, केते तेरे वावनहारे। हे महाराज तेरे दरवाजे विच अनेक बेअंत ही नाद वाजे वज रहे ने, धुनात्मक वर्णात्मक शब्द हो रहे ने, धुनियां वज रही ने, कई प्रकार के साज वज रहे ने। जिवें राजियां दे दरवाजियां उत्ते छोटे छोटे नगारे वजदे ने, शहनाइयां वजदियां ने, खुशी के समय ते शादियाने हुंदे ने। फिर जदों कदे माड़ा हो जाए कुछ, फिर राजियां दे दरवाजे उत्ते माड़ियां धुनां भी वजदियां ने, नगारे वजदे। पर थोड़े दर ते सदा ही खुशी के वाजे वजदे, थोड़े दर ते कदे गम के वाजे वजे नहीं। तुहाडे दर विच तां हमेशा खुशी के वाजे वजदे ने। असंख्या तो भाव असंख्यात, भाव प्रगट बेगिणत ही। तुहाडे दरबार दे विच उन्हां वाजियां दे वजाउण वाले भी कितने ने, केते तेरे वावण हारे, किन्ने को उन्हां नूं वजाउण वाले ने, वाजियां नूं वजाई चले जा रहे ने। वो काहदे लई वजाउंदे ने कि किते परमेश्वर की निगाह हो जाए साडे ते, किते वाहिगुरू साडे ते खुश हो जाए। वाजे वजाई तुरे जांदे ने। गुरसिख भी वाजे वजाउंदे ने उहदे दर ते शरधा भावना नाल, किते महाराज साडे ते खुश हो जाण। वाजे ढोलकियां छैणे वजा वजा के वाहिगुरू दा जस कर करके उहदी खुशी लैंदे ने। केते तेरे राग परी स्यों कही है, केते तेरे गावण हारे। ये महाराज तेरे दर विच किन्ने ही राग और परी स्यों रागणियां सहित कथन किए जाते हैं। राग हो गए, राग परी इन्हां दीयां इस्त्रियां,
ਸਿਓ ਇਹਨਾਂ ਦੇ ਪੁੱਤਰ, ਇਹ ਸਾਰੇ ਪੁੱਤਰਾਂ ਦੇ ਸਹਿਤ ਹੋ ਕਰਕੇ ਪਰੀਆਂ ਜਿਹੜੀਆਂ ਨੇ ਰਾਗਣੀਆਂ ਗਾਈਆਂ ਜਾਂਦੀਆਂ ਨੇ ਆਪ ਦੇ ਦਰ ਤੇ। ਜਿਸ ਪ੍ਰਕਾਰ ਮਹਾਰਾਜ ਨੇ ਬਚਨ ਆਨੰਦ ਸਾਹਿਬ ਵਿੱਚ ਵੀ ਇਹੀ ਕੀਤਾ ਸੀ ਕਿ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਉਹ ਸਾਰੇ ਜਾਣੇ ਤੁਹਾਡੇ ਦਰ ਦੇ ਉੱਤੇ ਆ ਕੇ 84 ਗਿਣਤੀ ਬਣਦੀ ਇਹਨਾਂ ਸਾਰਿਆਂ ਦੀ, 84 ਜਾਣੇ ਤੋਂ ਇੱਕ ਇੱਕ ਰਾਗ, 5 ਇਹਨਾਂ ਦੀਆਂ ਇਸਤਰੀਆਂ, 8 ਇਹਨਾਂ ਦੇ ਪੁੱਤਰ। ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਪ ਹੈ 8 ਨੰਦਨ। ਪ੍ਰਥਮ ਰਾਗ ਭੈਰੋਂ ਵੈ ਕਰਹੀ, ਇਹ ਪ੍ਰਥਮ ਪਹਿਲਾਂ ਭੈਰੋਂ ਰਾਗ ਤੋਂ ਪ੍ਰਾਰੰਭ ਕੀਤਾ ਹੈ। ਇਸ ਪ੍ਰਕਾਰ ਕਥਨ ਕਰ ਦਿੱਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। 6 ਰਾਗ, ਫਿਰ 5 ਪੁੱਤਰ, ਫਿਰ ਇਸ ਪ੍ਰਕਾਰ 8 ਇਸਤਰੀਆਂ ਅੱਗੇ ਚੱਲ ਕੇ 8 ਉਹਨਾਂ ਦੇ ਪੁੱਤਰ ਨੇ ਤੇ 5 ਇਸਤਰੀਆਂ ਕਥਨ ਕੀਤੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਇਹ ਸਾਰੇ ਹੀ ਤੁਹਾਡੇ ਤਾਂ ਹੀ ਗਾਉਂਦੇ ਨੇ। ਫਿਰ ਕਿੰਨੇ ਹੀ ਜਿਹੜੇ ਨੇ ਉਹ ਗਾਉਣ ਵਾਲੇ ਨੇ ਰਾਗਾਂ ਦੇ ਤਾਂ ਹੀ। ਰਾਗ ਤਾਂ ਕੇਵਲ ਇੱਕ ਲਿਖੀ ਹੋਈ ਲਿਖਤ ਹੈ ਨਾ, ਉਹਨੂੰ ਫਿਰ ਗਾਉਣ ਵਾਲੇ ਹਾ ਹੂ ਗੰਧਰਵ ਕਿੰਨਰ ਗੰਧਰਵ ਸਾਰੇ ਗਾਉਂਦੇ ਨੇ। ਫਿਰ ਤੁਹਾਡੇ ਦਰ ਦੇ ਵਿੱਚ ਕਿਤਨੇ ਹੀ ਰਾਗ ਤੋਂ ਭਾਵ ਹੈ ਪ੍ਰੇਮ, ਪ੍ਰੇਮ ਦੇ ਧਾਰਨ ਵਾਲੇ ਹੱਥ ਬੰਨ੍ਹ ਕੇ ਖੜੇ ਨੇ। ਕਿਤਨੇ ਹੀ ਪਰੀ ਤੋਂ ਭਾਵ ਹੈ ਕਰੁਣਾ ਮੈਤਰੀ ਮੁਦਤਾ ਪੇਖਿਆ ਧਾਰ ਕੇ ਗਾਉਂਦੇ ਨੇ। ਕਿਤਨੇ ਹੀ ਸਿਓ ਤੋਂ ਭਾਵ ਹੈ ਸਤ ਸੰਤੋਖ ਆਦਿਕ ਨੂੰ ਧਾਰ ਕੇ ਖੜੇ ਨੇ। ਕਿਤਨੇ ਹੀ ਤੇਰੇ ਦਰ ਦੇ ਉੱਤੇ ਜਸ ਨੂੰ ਗਾਉਣ ਵਾਲੇ ਖੜੇ ਨੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਜਪਜੀ ਸਾਹਿਬ ਪੜ੍ਹਦੇ ਆਪਾਂ ਗਾਵੈ ਤੋਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਇੱਥੇ ਫਰਕ ਪੈ ਗਿਆ ਗਾਵਨ ਤੁਧਨੋ ਪਵਨ, ਪਾਉਣ ਦੀ ਥਾਂ ਤੇ ਪਵਨ ਪਾਣੀ ਬੈ ਸੰਤਰ। ਇਹ ਵਾਹਿਗੁਰੂ ਪੌਣ ਪਾਣੀ ਬੈ ਸੰਤਰ ਅਗਨੀ ਦੇਵਤਾ ਇਹ ਸਭ ਆਪ ਜੀ ਨੂੰ ਗਾ ਰਹੇ ਨੇ। ਤੋ ਪਵਨ ਕੌਣ ਗਾਉਂਦਾ ਹੈ? ਜੋ ਰਜੋ ਗੁਣ, ਰਜੋਗੁਣੀ ਪੁਰਸ਼ ਗਾਉਂਦੇ ਨੇ। ਪਵਨ ਦਾ ਗੁਣ ਕਿਹੜਾ? ਰਜੋ ਗੁਣ। ਪਾਣੀ ਦਾ ਗੁਣ ਕਿਹੜਾ? ਸਤੋ ਗੁਣ। ਸਤੋ ਗੁਣੀ ਵੀ ਗਾਉਂਦੇ ਨੇ। ਵੈ ਸੰਤਰ ਕੌਣ ਨੇ? ਤਮੋ ਗੁਣੀ ਵੀ ਆਪ ਜੀ ਨੂੰ ਗਾਉਂਦੇ ਨੇ। ਤਿੰਨੇ ਗੁਣ ਤੇਰੇ ਜਸ ਨੂੰ ਗਾਉਂਦੇ ਨੇ। ਫਿਰ ਧਰਮ ਰਾਜਾ ਵੀ ਤੁਹਾਡੇ ਦਰ ਦੇ ਉੱਤੇ ਖੜ ਕੇ ਤੁਹਾਡੇ ਜਸ ਨੂੰ ਗਾ ਰਿਹਾ ਹੈ। ਧਰਮ ਰਾਜਾ, ਰਾਜਾ ਜਿਹੜਾ ਕਿਹੜੇ? ਧਰਮੀ ਰਾਜੇ। ਰਾਜੇ ਲੋਕ ਧਰਮ ਅਦਾਲਤਾਂ ਦੁਆਰੇ ਤੇਰੇ ਜਸ ਨੂੰ ਗਾਉਂਦੇ ਨੇ। ਮੰਨੂ ਤੇ ਪਿਰਥੂ ਧਰਮੀ ਰਾਜੇ ਹੋਏ ਨੇ, ਬੜੇ ਹੋਰ ਵੀ ਧਰਮੀ ਰਾਜੇ ਹੋਏ। ਇਹਨਾਂ ਵਿੱਚ ਮੰਨੂ ਤੇ ਪਿਰਥੂ ਦਾ ਨਾਂ ਹੀ ਵੱਡਾ ਆਉਂਦਾ। ਜਾਂ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਸੰਸਾਰ 'ਚ ਰਾਜਾ ਹੋਇਆ ਛੁੱਟ, ਜਿਸ ਦਾ ਨਾਮ ਸੀ, ਤੋ ਉਹਦਾ ਪੁੱਤਰ ਸੀ ਜਿਹੜਾ ਇਖਵਾਕ, ਜਿਹਨੇ ਹਰਿਮੰਦਰ ਸਾਹਿਬ ਵਾਲੇ ਥਾਂ ਤੇ ਜੱਗ ਕੀਤਾ ਸੀ। ਜਿੱਡਾ ਹਰਿਮੰਦਰ ਸਾਹਿਬ ਦਾ ਇਹ ਸਰੋਵਰ ਹੈ, ਇਤਨਾ ਵੱਡਾ ਹੀ ਕੁੰਡ ਬਣਾਇਆ ਸੀ। ਤੋ ਇਹਦੇ ਵਿੱਚ ਫਿਰ ਅਹੂਤੀਆਂ ਪਾ ਕੇ ਬੜਾ ਵੱਡਾ ਸੰਸਾਰ ਭਰ ਦਾ ਜੱਗ ਕੀਤਾ। ਉਹ ਇਖਵਾਕ ਵਰਗੇ ਰਾਜੇ ਵੀ ਆਪ ਜੀ ਨੂੰ ਗਾਉਂਦੇ ਨੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਚਿੱਤਰ ਜੋ ਸੱਜੇ ਮੋਢੇ ਉੱਤੇ ਬੈਠ ਜਾਂਦਾ ਸਾਡੇ ਆ ਕੇ, ਤੇ ਦਿਲ ਦੀ ਗੱਲ ਨੂੰ ਆ ਕੇ ਗੁਪਤ ਖੱਬੇ ਮੋਢੇ ਪਰ ਬੈਠ ਕੇ ਫਿਰ ਲਿਖਦੇ ਨੇ। ਚਿੱਤਰ ਤਾਂ ਦਿਨ ਦੀ ਗੱਲ ਲਿਖਦਾ ਹੈ ਸੱਜੇ ਮੋਢੇ ਤੇ ਬੈਠ ਕੇ, ਤੇ ਗੁਪਤ ਜਿਹੜਾ ਉਹ ਖੱਬੇ ਮੋਢੇ ਤੇ ਬੈਠ ਕੇ ਦਿਲ ਦੀਆਂ ਜਿਹੜੀਆਂ ਗੱਲਾਂ ਰਾਤ ਨੂੰ ਜੋ ਕਰਦੇ ਨੇ, ਕੋਈ ਵੀ ਸੋਚਦੇ ਨੇ, ਕੁਝ ਵੀ ਕਰਦਾ, ਉਹ ਰਾਤ ਦੀਆਂ ਗੱਲਾਂ ਲਿਖੀ ਜਾ ਰਹੇ। ਲਿਖ ਲਿਖ ਧਰਮ ਵਿਚਾਰੇ। ਫਿਰ ਜਿਨ੍ਹਾਂ ਦੇ ਲਿਖੇ ਹੋਏ ਲੇਖ ਨੂੰ ਧਰਮ ਰਾਜਾ ਵਿਚਾਰਦਾ, ਉਹ ਸਭ ਤੇਰੇ ਜਸ ਨੂੰ ਗਾਉਂਦੇ ਨੇ। ਚਿੱਤਰ ਗੁਪਤ ਵੀ ਆਪ ਜੀ ਦੇ ਜਸ ਨੂੰ ਗਾਉਂਦੇ ਹਨ ਬੜੇ ਪ੍ਰੇਮ ਨਾਲ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਇਹ ਵਾਹਿਗੁਰੂ ਜੀ ਫਿਰ ਤੁਹਾਡੇ ਜਸ ਨੂੰ ਕੌਣ ਕੌਣ ਗਾਉਂਦਾ? ਈਸ਼ਰ ਸ਼ਿਵ, ਈਸ਼ਰ ਸ਼ਿਵ ਜੀ ਨੂੰ ਕਿਹਾ। ਬ੍ਰਹਮਾ ਆਪੋ ਆਪਣੀ ਦੇਵੀ ਤੋਂ ਭਾਵ ਸ਼ਕਤੀਆਂ ਦੇ ਸਮੇਤ ਗਾਉਂਦੇ ਨੇ। ਈਸ਼ਰ ਸ਼ਿਵ ਜੀ ਪਾਰਵਤੀ ਸਮੇਤ ਗਾਉਂਦਾ ਹੈ। ਬ੍ਰਹਮਾ ਸਰਸਤੀ ਸਮੇਤ ਗਾਉਂਦਾ ਹੈ। ਵਿਸ਼ਨੂੰ ਲక్ష్ਮੀ ਸਮੇਤ ਗਾ ਰਿਹਾ ਹੈ। ਸਾਰੇ ਤੁਹਾਡੇ ਦਰਵਾਜ਼ੇ ਦੇ ਉੱਤੇ ਖੜ ਕੇ ਜੋ 96 ਕਰੋੜ ਜੋ ਦੇਵੀਆਂ ਨੇ, ਔਰ ਇਹ ਸਭ ਤੇਰੇ ਜਸ ਨੂੰ ਗਾਉਂਦੀਆਂ। ਅਥਵਾ 9 ਕਰੋੜ ਦੁਰਗਾ ਕਥਨ ਕੀਤੀ। ਇਹ ਸਭ ਤੇਰੇ ਸਦਾ ਸਵਾਰੇ ਬਣਾਏ ਹੋਏ ਸੋਭਨੀਕ ਹੋ ਕੇ, ਸਵਾਰੇ ਤੋਂ ਭਾਵ ਸਵੇਰੇ ਉੱਠ ਕੇ ਆਪੋ ਆਪਣੇ ਬਾਲਕੇ ਬਾਲਕੀਆਂ ਸਮੇਤ ਬੱਚਿਆਂ ਸਮੇਤ, ਸੋਹਣ ਤੋਂ ਭਾਵ ਸੋਭਨੀਕ ਜਸ ਨੂੰ ਗਾਉਂਦੇ ਨੇ ਸਾਰੇ। ਸਿਮਰੈ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰੈ ਦੇਵਤੇ ਕੋੜ ਤੇ ਤੀਸਾ ਸਿਮਰੈ ਜਖ ਦੈਂਤ ਸਭ ਸਿਮਰੈ ਅਗਨਤ ਨਾ ਜਾਈ ਜਸ ਗਨਾ। ਆਪ ਦਾ ਜਸ ਗਾਇਆ ਨਹੀਂ ਜਾ ਸਕਦਾ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਹੇ ਮਹਾਰਾਜ ਜੀ, ਦੇਵਤਿਆਂ ਦਾ ਰਾਜਾ ਇੰਦਰ। ਇੰਦਰਾਸਨ ਦਾ ਮਤਲਬ ਹੈ ਰਾਜ ਸਿੰਘਾਸਣ ਪਰ ਬੈਠ ਕੇ। ਇੰਦਰਾਸਨ ਵੈਸੇ
ਜਿਹੜਾ ਉੱਤੇ ਚੰਦਵਾ ਲੱਗਿਆ ਹੁੰਦਾ ਹੈ ਇਹਨੂੰ ਵੀ ਕਹਿੰਦੇ ਨੇ, ਕਿਉਂਕਿ ਇੰਦਰ ਦੇ ਉੱਤੇ ਵੀ ਜਿਹੜਾ ਚੰਦਵਾ ਲੱਗਦਾ ਉਹਨੂੰ ਇੰਦਰਾਸਣ ਕਿਹਾ। ਇਸ ਪ੍ਰਕਾਰ ਰਾਜ ਸਿੰਘਾਸਣ ਪਰ ਬੈਠਾ ਹੋਇਆ ਇੰਦਰ ਦੇਵਤਿਆਂ ਦੇ ਦਰ ਨਾਲ ਜਸ ਨੂੰ ਆਪ ਦੇ ਨਾਲ ਮਿਲ ਕੇ ਗਾਉਂਦਾ ਹੈ। ਦਰ ਤੋਂ ਭਾਵ ਹੈ ਦਲ, ਦੇਵਤਿਆਂ ਦੇ ਦਲਾਂ ਦੇ ਸਮੇਤ ਬੈਠ ਕੇ ਇੰਦਰ ਵੀ ਤੁਹਾਡੇ ਜਸ ਨੂੰ ਗਾਉਂਦਾ ਹੈ। ਦੇਵਤੇ ਵੀ ਆਦਰ ਨਾਲ ਤੁਹਾਡੇ ਜਸ ਨੂੰ ਗਾਉਂਦੇ ਨੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। 84 ਸਿੱਧ ਸਮਾਧੀਆਂ ਅੰਦਰ ਸਥਿਤ ਹੋ ਕੇ ਆਪ ਦੇ ਜਸ ਨੂੰ ਗਾਉਂਦੇ ਨੇ। ਫਿਰ ਸਾਧ ਜਿਹੜੇ ਵਿਚਾਰਮਾਨ ਸਾਧੂ ਵੀ ਆਪ ਦੇ ਜਸ ਨੂੰ ਗਾਉਂਦੇ ਨੇ। ਇੱਕ ਤਾਂ ਹੁੰਦਾ ਵਿਚਾਰੇ, ਵਾਵੇ ਨਾਲ ਹੁੰਦਾ ਵਿਚਾਰਾ, ਉਹ ਤਾਂ ਵਿਚਾਰਾ ਐਵੇਂ ਮਾਰਿਆ ਗਿਆ। ਪੰਜਾਬੀ ਦੇ ਅੱਖਰ ਜਿਵੇਂ ਆਪਾਂ ਵਰਤਦੇ ਵਿਚਾਰਾ, ਇੱਕ ਹੁੰਦਾ ਵਿਚਾਰ, ਕਹਿੰਦੇ ਵਿਚਾਰ ਕਰਕੇ ਦੇਖ ਲਓ। ਇਹ ਜਿਹੜਾ ਵਿਚਾਰ ਅੱਖਰ ਇਹਨੂੰ ਮਹਾਰਾਜ ਨੇ ਬਿਹਾਰੀ ਨਾਲ ਵਰਤਿਆ, ਵਿਚਾਰੇ। ਇੱਕ ਹੁੰਦਾ ਵਿਚਾਰੇ ਬੱਬੇ ਨੂੰ ਸਿਹਾਰੀ ਨਾਲ, ਇੱਕ ਹੁੰਦਾ ਫਿਰ ਬਿਹਾਰੀ ਲਾ ਕੇ ਵਿਚਾਰੇ, ਵਿਚਾਰ ਕਰਦੇ ਨੇ ਸਾਧ ਜਨ ਤੁਹਾਡੀ। ਗਾਵਨ ਤੁਧਨੋ ਜਤੇ ਸਤੇ ਸੰਤੋਖੇ, ਗਾਵਨ ਤੁਧਨੋ ਵੀਰ ਕਰਾਰੇ। ਜਤੀ ਜਿਹੜੇ ਲਛਮਣ ਆਦਿਕ ਨੇ, ਫਿਰ ਜਿਹੜੇ ਸਤਵਾਦੀ ਦਸ਼ਰਥ ਆਦਿਕ ਨੇ, ਜਿਹੜੇ ਸੰਤੋਖੀ ਜਿਵੇਂ ਚੁਣਕ ਲਿਖੀ ਹੋਇਆ ਹੈ। ਫਿਰ ਕਰਾਰੇ ਜਿਹੜੇ ਤਕੜੇ 52 ਵੀਰ ਆਪ ਨੂੰ ਗਾਉਂਦੇ ਨੇ। 52 ਵੀਰ ਜਿਹੜੇ ਨੇ ਨੰਦੀ ਭ੍ਰਿੰਗੀ ਜਿਨ੍ਹਾਂ ਦਾ ਨਾਮ ਹੈ, 52 ਨਾਮ ਨੇ। ਬੰਦੇ ਬਹਾਦਰ ਦੇ ਵਸ ਵਿੱਚ ਸੀ ਇਹ 52 ਵੀਰ ਕੀਤੇ ਹੋਏ, ਜਿਨ੍ਹਾਂ ਨੇ ਮਹਾਰਾਜ 10ਵੇਂ ਪਾਤਸ਼ਾਹ ਦਾ ਪਲੰਘ ਲਟਾਉਣ ਦਾ ਯਤਨ ਕੀਤਾ ਸੀ। ਫਿਰ ਮਹਾਰਾਜ ਨੇ ਤੀਰ ਕੱਢ ਕੇ ਮੰਜੇ ਦੇ ਪਾਵੇ ਉੱਤੇ ਉਹਦੀ ਮੁਖੀ ਲਾ ਕੇ ਕਿਹਾ ਸੀ, ਇਹ ਲੱਕੜ ਕਿੱਧਰ ਜਾ ਰਹੀ, ਇੱਥੇ ਟਿਕੀ ਰਹਿ। 52 ਵੀਰਾਂ ਨੇ ਪਲੰਘ ਲਟਾਉਣ ਦਾ ਯਤਨ ਕੀਤਾ, ਪਰ ਉਲਟੇ ਨਾ। ਉਸ ਵਕਤ ਬੰਦਾ ਬਹਾਦਰ ਚਰਨਾਂ ਤੇ ਡਿੱਗਿਆ। ਇਹ ਮੇਰੇ ਨਾਲੋਂ ਵੱਡੀ ਸ਼ਕਤੀ ਦੇ ਮਾਲਕ ਨੇ। ਐਸੇ ਜਿਹੜੇ ਵੀਰ ਕਰਾਰੇ ਨੇ, ਜੰਗ ਦੇ ਵਿੱਚ ਐਸਾ ਜੰਗ ਕਰਦੇ ਨੇ ਜਾ ਕੇ, ਪੁਰਜਾ ਕੱਟ ਮਰਾ ਕਬੂ ਨਾ ਛਾੜਾ ਖੇਤ, ਕੱਟ ਕੇ ਮਰ ਜਾਂਦੇ ਨੇ। ਉਹ ਵੀ ਤੁਹਾਨੂੰ ਗਾਉਂਦੇ ਨੇ ਸਾਰੇ ਜਿਤਨੇ ਕਰਾਰੇ ਵੀਰ ਨੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸੁਰ, ਜੁਗ ਜੁਗ ਵੇਦਾਂ ਨਾਲੇ। ਪੁਰਾਣਾਂ ਦੇ ਪੜਨ ਵਾਲੇ ਪੰਡਿਤ ਔਰ ਕਥਾ ਕਰਨ ਵਾਲੇ ਪੰਡਿਤ ਅਤੇ ਪੜਨ ਵਾਲੇ ਵਿਦਿਆਰਥੀ। ਫਿਰ ਰਖੀਸਰ ਕਿਹਨਾਂ ਨੂੰ ਕਿਹਾ? ਮਹਾਤਮਾ ਨੂੰ। ਰਿਸ਼ੀਆਂ ਦੇ ਵੀ ਈਸ਼ਰ ਜਿਹੜੇ ਰਿਸ਼ੀਆਂ ਦੇ ਵੱਡੇ ਨੇ, ਰਿਸ਼ੀ ਤੋਂ ਭਾਵ ਇੰਦਰੀਆਂ ਦਾ ਵੀ ਹੈ, ਜਿਨ੍ਹਾਂ ਨੇ ਫਿਰ ਸੁਰ ਤੋਂ ਭਾਵ ਇਹਨਾਂ ਦਾ ਦਮਨ ਕੀਤਾ, ਰਖੀਸਰ। ਇਹ ਸਭ ਤੇਰੇ ਜਸ ਨੂੰ ਗਾਉਂਦੇ ਨੇ, ਇਸੇ ਕਰਕੇ ਉਹਨਾਂ ਨੂੰ ਰਖੀਸਰ ਕਿਹਾ ਜਾਂਦਾ ਹੈ। ਰਿਸ਼ੀ ਕਿਹਨੂੰ ਕਹਿੰਦੇ? ਅਸਲ 'ਚ ਇੰਦਰੀਆਂ ਨੂੰ ਰਿਸ਼ੀ ਕਹਿੰਦੇ ਨੇ। ਜਿਨ੍ਹਾਂ ਨੇ ਰਿਸ਼ੀਆਂ ਇੰਦਰੀਆਂ ਨੂੰ ਆਪਣੇ ਵਸ ਵਿੱਚ ਕੀਤਾ, ਉਹਨਾਂ ਨੂੰ ਫਿਰ ਕਿਹਾ ਕਿ ਰਖੀਸਰ, ਇੰਦਰੀਆਂ ਨੂੰ ਜਿੱਤ ਲੈਣ ਵਾਲਾ। ਉਹ ਜਿਹੜੇ ਰਖੀਸਰ ਨੇ ਉਹ ਵੀ ਤੁਹਾਡੇ ਜਸ ਦੇ ਤਾਂ ਹੀ ਹਮੇਸ਼ਾ ਗਾਉਂਦੇ ਰਹਿੰਦੇ ਨੇ। ਚਾਰੇ ਯੁੱਗ ਆਪੋ ਆਪਣੇ 4 ਵੇਦਾਂ ਅਤੇ 4 ਅਵਤਾਰਾਂ ਦੇ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦੇ ਨੇ। ਜਿਵੇਂ ਸਤਯੁਗ ਦੇ ਵਿੱਚ ਸ਼ਾਮ ਵੇਦ ਤੇ ਹੰਸਾ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਇਆ ਉਹਨਾਂ ਨੇ। ਫਿਰ ਤ੍ਰੇਤਾ ਯੁੱਗ ਆਇਆ, ਰਿਗ ਵੇਦ ਹੋਇਆ ਤਦੋਂ, ਤੇ ਰਾਮਾ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦਾ। ਫਿਰ ਦੁਆਪਰ ਯੁੱਗ ਆਇਆ ਤਾਂ ਯਜੁਰਵੇਦ ਦੇ ਸਮੇਤ ਹੋ ਕੇ ਕ੍ਰਿਸ਼ਨ ਅਵਤਾਰ, ਉਹਨਾਂ ਨੇ ਗਾਇਆ ਪਰਮੇਸ਼ਰ ਨੂੰ। ਫਿਰ ਕਲਯੁਗ ਦਾ ਸਮਾਂ ਆਇਆ, ਕਲ ਮੈਂ ਵੇਦ ਅਥਰਬਣ ਹੁਆ ਨਾਉ ਖੁਦਾਈ, ਅੱਲਾਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਕਲਯੁਗ ਵਿੱਚ ਕਿਹੜਾ ਵੇਦ ਹੋਇਆ? ਅਥਰਬਣ ਵੇਦ ਤੇ ਨੇ ਕਲੰਕ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦੇ ਨੇ, ਗਾਉਣਗੇ। ਆਉਣ ਵਾਲੇ ਸਮੇਂ 'ਚ ਇਹ ਵੀ ਗਾਉਣਗੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਜਪਜੀ ਸਾਹਿਬ 'ਚ ਸੁਰਗਾ ਆਇਆ ਸੀ, ਗੱਗੇ ਨੂੰ ਕੰਨਾ, ਇੱਥੇ ਗੱਗੇ ਨੂੰ ਔਂਕੜ ਆਇਆ। ਮੋਹਣੀਆਂ ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਕਿੱਥੋਂ ਕਿੱਥੋਂ ਦੀਆਂ ਨੇ? ਸੁਰਗ ਤੇ ਮੱਛ ਤੇ ਪਿਆਲੇ 3 ਥਾਵਾਂ ਦੀਆਂ ਨੇ। ਇੱਕ ਤਾਂ ਸਵਰਗ ਲੋਕ ਹੋ ਗਿਆ, ਇੱਕ ਮੱਛ ਕਿਹੜਾ ਹੋ ਗਿਆ? ਮਾਤ ਲੋਕ। ਕਿਉਂਕਿ ਮੱਛ ਤੋਂ ਇਹ ਚੀਜ਼ ਤਾਂ ਲੈ ਲਈ, ਕਈ ਸੰਕੇਤੀ ਅਰਥ ਹੁੰਦੇ ਨੇ, ਜਿਵੇਂ ਮੱਛ ਸਮੁੰਦਰ ਦੇ ਵਿਚਾਲੇ ਹੀ ਰਹਿੰਦਾ, ਵਿਚਾਲੇ ਰਹਿਣ ਕਰਕੇ ਮੱਛ। ਵਿਚਕਾਰ ਕੀ ਹੈ? ਉੱਤੇ ਅਸਮਾਨ, ਥੱਲੇ ਪਤਾਲ, ਵਿਚਾਲੇ ਧਰਤੀ, ਮਾਤ ਲੋਕ ਦੇ ਵਿੱਚ। ਫਿਰ ਪਿਆਲੇ ਪਤਾਲ ਲੋਕ। ਇਹਨਾਂ 3 ਲੋਕਾਂ ਵਿੱਚ ਰਹਿਣ ਵਾਲੀਆਂ ਜੋ ਮੋਹਣੀਆਂ ਇਸਤਰੀਆਂ ਨੇ, ਮਨ ਨੂੰ ਮੋਹਣ ਵਾਲੀਆਂ, ਉਹ ਵੀ ਸਭ ਤੁਹਾਡੇ ਜਸ ਨੂੰ ਗਾਉਂਦੀਆਂ ਫਿਰਦੀਆਂ ਨੇ। ਮੋਹਣੀਆਂ ਕੌਣ ਨੇ? ਮੋਹਣੀ ਅਵਤਾਰ। ਅਤੇ ਮਨਮੋਹਨ ਕੌਣ ਹੈ? ਕ੍ਰਿਸ਼ਨ ਜੀ। ਸੁਰਗ, ਮਾਤ ਅਤੇ ਪਤਾਲ 3 ਲੋਕਾਂ ਵਿੱਚ ਪਰਿਪੂਰਨ ਜਾਣ ਕੇ ਆਪ ਦੇ ਜਸ ਨੂੰ ਗਾ ਰਹੇ ਨੇ। ਮੋਹਣੀ ਅਵਤਾਰ ਵਿਸ਼ਨੂੰ ਜੀ ਨੇ ਧਾਰਿਆ। ਮੋਹ ਨੂੰ ਜਿਨ੍ਹਾਂ ਨੇ ਹਣੀਆਂ ਨਾਸ ਕੀਤਾ, ਉਹ ਮਹਾਤਮਾ ਵੀ 3 ਲੋਕਾਂ ਵਿੱਚ ਮਨਮੋਹਨ ਪਰਮਾਤਮਾ ਦੇ ਜਸ ਨੂੰ ਗਾਉਂਦੇ ਨੇ। ਉਹ ਵੀ ਆਪ ਦੇ ਜਸ ਨੂੰ ਹਰ ਵਕਤ ਗਾਉਂਦੇ ਰਹਿੰਦੇ ਨੇ।
ਗਾਵਨ ਤੁਧਨੋ ਰਤਨੋ ਪਾਏ ਤੇਰੇ 860 ਤੀਰਥ ਨਾਲੇ। ਇਹ ਵਾਹਿਗੁਰੂ ਜੀ ਆਪ ਦੇ ਪੈਦਾ ਕੀਤੇ ਹੋਏ 14 ਰਤਨ ਆਪ ਦੇ ਜਸ ਨੂੰ ਗਾਉਂਦੇ ਨੇ। 68 ਤੀਰਥ ਵੀ ਤੀਰਥਾਂ ਦੇ ਨਾਲ ਰਹਿਣ ਵਾਲੇ ਮਹਾਤਮਾ ਵੀ ਆਪ ਦੇ ਜਸ ਨੂੰ ਗਾਉਂਦੇ ਨੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਜੋਧੇ ਮਹਾਬਲੀ ਸੂਰਮੇ ਵੀ ਆਪ ਦੇ ਜਸ ਨੂੰ ਗਾਉਂਦੇ ਨੇ। ਜੋਧਾ ਤਾਂ ਉਹ ਹੋ ਗਿਆ ਜਿਹੜਾ ਇੱਕ ਨਾਲ ਇੱਕ ਲੜ ਲੈਂਦਾ, ਮਹਾਬਲੀ ਉਹ ਜੋ 10,000 ਨਾਲ ਲੜੇ, ਸੂਰਮਾ ਉਹ ਹੁੰਦਾ ਜੋ ਅਣਗਿਣਤਾ ਨਾਲ ਹੀ ਲੜਦਾ ਹੈ। ਤਾਂ ਹੁਣ ਇਸੇ ਪ੍ਰਕਾਰ ਜੋਧਾ ਤਾਂ ਉਹ ਹੈ ਜਿਹਨੇ ਆਪਣੇ ਇੱਕ ਸਰੀਰ ਨੂੰ ਵਸੀਕਾਰ ਕੀਤਾ ਹੋਇਆ ਹੈ। ਮਹਾਬਲੀ ਉਹ ਹੈ ਜਿਹਨੇ 10 ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਿਆ ਹੋਇਆ। ਸੂਰਮਾ ਉਹ ਹੈ ਜਿਹਨੇ ਮਨ ਦੀਆਂ ਅਨੇਕਾਂ ਵਾਸ਼ਨਾ ਨੂੰ ਰੋਕ ਕੇ ਰੱਖਿਆ। ਜੋਧਾ ਅਸੀਂ ਉਹਨੂੰ ਮੰਨਦੇ ਹਾਂ ਜਿਹਨੇ ਗੁਰਾਂ ਦਾ ਉਪਦੇਸ਼ ਸੁਣਿਆ ਸੰਗਤ 'ਚ ਬੈਠ ਕੇ। ਮਹਾਬਲੀ ਉਹ ਹੈ ਜਿਹਨੇ ਸੰਗਤ 'ਚ ਉਪਦੇਸ਼ ਸੁਣ ਤਾਂ ਲਿਆ, ਫਿਰ ਮੰਨਣ ਵੀ ਕੀਤਾ। ਫਿਰ ਅੱਗੇ ਆਉਂਦਾ ਸੂਰਮਾ, ਜਿਹਨੇ ਪਰਿਪੱਕ ਅਵਸਥਾ ਵਿੱਚ ਉਹਦਾ ਨਿਧਿਆਸਣ ਵੀ ਕੀਤਾ, ਉਹਦੀ ਕਮਾਈ ਵੀ ਕੀਤੀ। ਉਹਨੂੰ ਅਸੀਂ ਮੰਨਿਆ ਹੈ ਕਿ ਇਹ ਸੂਰਮਾ ਹੈ। ਗਾਵਨ ਤੁਧਨੋ ਖਾਣੀ ਚਾਰੇ, ਫਿਰ ਅੰਡਜ ਜੇਰਜ ਸੇਤਜੋਤ ਪੁਜਰੂਪ 4 ਖਾਣੀਆਂ ਵੀ ਆਪ ਦੇ ਜਸ ਨੂੰ ਗਾਉਂਦੀਆਂ ਨੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਫਿਰ 9 ਖੰਡ ਜਿਹੜਾ 400 ਕੋਹਾਂ ਦਾ ਅਤੇ ਮੰਡਲ ਅਤੇ ਬ੍ਰਹਮੰਡ, ਇਹ ਸਾਰੇ ਆਪ ਜੀ ਦੇ ਜਸ ਨੂੰ ਗਾਉਂਦੇ ਨੇ। ਫਿਰ ਜਿਹੜੇ ਨੇ ਕਰ ਕਰ ਰੱਖੇ ਤੇਰੇ ਧਾਰੇ, ਕਰ ਤੋਂ ਭਾਵ ਉਤਪਤੀ ਕਰਕੇ ਸਾਰੇ ਜੀਵ ਤੁਸੀਂ ਮਰਿਆਦਾ ਵਿੱਚ ਧਾਰਨ ਰੱਖੇ ਨੇ, ਧਾਰਨ ਕੀਤੇ ਹੋਏ ਨੇ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੁਣ ਵਾਹਿਗੁਰੂ ਜੀ ਤੁਹਾਨੂੰ ਉਹੀ ਗਾਉਂਦੇ ਨੇ। ਉਹੀ ਕਿਹੜੇ ਗਾਉਂਦੇ ਨੇ? ਜਿਹੜੇ ਤੁਹਾਨੂੰ ਭਾਉਂਦੇ ਨੇ, ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ, ਜੋ ਤੁਹਾਨੂੰ ਭਾਉਂਦੇ ਨੇ ਨਾ, ਉਹੀ ਗਾਉਂਦੇ ਨੇ। ਭਾਈ ਇਹ ਮੈਨੂੰ ਭਾਇਆ ਹੈ, ਇਹਦੇ ਕੋਲੋਂ ਮੈਂ ਨਾਮ ਜਪਾਉਣਾ ਹੈ, ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਿਹੜਾ ਨਹੀਂ ਤੁਹਾਨੂੰ ਭਾਉਂਦਾ ਉਹਦੇ ਕੋਲੋਂ ਨਾਮ ਜਪਾਉਂਦੇ ਹੀ ਨਹੀਂ। ਉਹ ਨਾਮ ਜਪਣ ਦਾ ਯਤਨ ਕਰਦਾ ਹੈ ਤਾਂ ਉਹ ਫਿਰ ਟੁੱਟ ਜਾਂਦਾ ਹੈ, ਜੇ ਜਾਂਦਾ ਵੀ ਹੈ ਤਾਂ ਵੀ ਹਟ ਜਾਂਦਾ ਹੈ, ਜਪਾਉਂਦੇ ਨਹੀਂ ਹੋ। ਹੁਣ ਫਿਰ ਆਪਾਂ ਕਦੇ ਆ ਕੇ ਗੁਰਦੁਆਰੇ ਉਹਨਾਂ ਨਾਮ ਨਾ ਜਪਣ ਵਾਲਿਆਂ ਨੇ ਕਦੇ ਬੇਨਤੀ ਨਹੀਂ ਕੀਤੀ, ਮਹਾਰਾਜ ਸਾਤੋਂ ਜਿੰਨੀਆਂ ਗਲਤੀਆਂ ਉਹਨਾਂ ਦੀ ਮਾਫੀ ਦੇ ਦਿਓ, ਸਾਨੂੰ ਵੀ ਨਾਮ ਜਪਾਓ। ਉਹ ਉਲਟਾ ਕਹਿੰਦੇ ਨੇ ਠੀਕ ਹੈ, ਸਾਨੂੰ ਰੱਬ ਨੇ ਮੌਜ ਦਿੱਤੀ, ਅਸੀਂ ਨਾਮ ਜਪਣਾ ਹੀ ਨਹੀਂ। ਆਪਾਂ ਨੂੰ ਸਭ ਕਾ ਬੇਨਤੀ ਕਰਨੀ ਚਾਹੀਦੀ, ਮਹਾਰਾਜ ਕਿਰਪਾ ਕਰੋ, ਨਾਮ ਨਾਲ ਹੀ ਸਾਡੀ ਕਲਿਆਣ ਹੋਣੀ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਤਾਂ ਮਹਾਰਾਜ ਜੀ ਕਹਿੰਦੇ ਰੱਤੇ ਤੇਰੇ ਭਗਤ ਰਸਾਲੇ। ਰਸਾਲੇ ਤੋਂ ਭਾਵ ਹੁੰਦਾ ਸਮੂਹ ਭਗਤ ਤੇਰੇ ਵਿੱਚ ਰੱਤੇ ਹੋਏ ਨੇ। ਰਸ ਦੇ ਆਲੇ ਬਣ ਗਏ, ਉਹ ਰਸ ਦੇ ਘਰ ਹੀ ਬਣ ਗਏ ਜਿਹੜੇ ਤੁਹਾਡੇ ਨਾਮ ਨੂੰ ਗਾਉਂਦੇ ਨੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਹੋਰ ਕਿੰਨੇ ਕੁ ਆਪਦੇ ਜਸ ਨੂੰ ਗਾਉਂਦੇ ਨੇ, ਉਹ ਮੈਨੂੰ ਚੇਤੇ ਹੀ ਨਹੀਂ ਆਉਂਦੇ। ਮਹਾਰਾਜ ਕਹਿੰਦੇ ਨੇ ਮੈਂ ਕੀ ਵਿਚਾਰ ਕਰ ਸਕਦਾ, ਕੀ ਵਿਚਾਰ ਕਵਾਂ। ਤੋ ਇੱਥੋਂ ਤੱਕ ਹੁਣ ਸੱਚਖੰਡ ਵਿੱਚ ਪਰਮੇਸ਼ਰ ਦੇ ਸਨਮੁਖ ਗੁਰੂ ਨਾਨਕ ਦੇਵ ਜੀ ਨੇ ਉਸਤਤੀ ਕੀਤੀ। 3 ਦਿਨ ਉੱਥੇ ਰਹੇ, ਤੀਸਰੇ ਦਿਨ ਵਾਪਸ ਆ ਗਏ। तो फिर इशनान समय निकसे करना कर बासर 3 बिताए गहीरा। सतगुरु महाराज तिन्ना सो उस वक्त 3 दिन रहने तो बाद इशनान के समय बेई नदी चो फिर बाहर आए। फिर जिथों चुब्भी मार के लोप हुए सन उस तो एक कोह भरे परले फासले ते जाके प्रगट हुए, जिन्हां संगतां ने दर्शन कीते ने। बेई नदी के किनारे बेर साहिब गुरुद्वारा हुण तक प्रगट है, जिथे टुब्बा लाया। फिर अगे पैड़ा मुखा नामे दास कपड़े लैके खड़ा सी, क्योंकि भैन नानकी नूं बड़ा भरोसा सी। वो समझदे सी मेरा वीर गुरु नानक डुब्बिया नहीं, वो डुब्बिया नूं तारन वाला। दुनिया दे होर सारे लोग भावें आखदे कि दौलत खां नवाब दा मोदी डुब गया, अपने भरोसे ते दृढ़ होण करके बेबे नानकी पैड़े मुखे दास नूं कपड़े दे के रोज़ नदी ते कंढे भेज दिंदी। उस दिन भी दास कपड़े लैके नदी के किनारे तुरिया फिरदा सी। गुरु साहब जी ने देख के दौड़िया ते चरना ते मत्था टेकिया। उस वेले गुरु साहब प्रसन्न होए ते आखिया निहाल हो, निहाल हो। सचखंड विच आउण तो सब तो पहला जिहनूं दर्शन दिते हो है भाई पैड़ा मुखा, जिन्हें जन्म पत्री लियांदी सी। बाद विच दूजे पातशाह दे प्रसंग विच इन्हां दा प्रसंग आउंदा, तो इस करके महाराज ने उसनूं निहाल कर दिता। फिर दास ने मत्था टेक के कहा आप जी नूं भैन नानकी बड़ा याद कर रही है। गुरु साहब जी उस वेले भैन जी नूं आके मिले। फिर भैन नानकी ने पूछा आप कित्थे गए सी? हजूर ने कहा सचखंड विखे परमेश्वर के पास गए सन। फिर भैन नानकी जी ने कहा वो भगवान कैसा है? तो फिर महाराज ने ऐसे बचन फरमाए, सोई सोई सदा सच साहिब, साचा साची नाई। वो परमात्मा पिछे भी सदा सच सी, वो वाहिगुरु पिछे भी सदा रहन वाला सच सी, ते हुण भी वो वाहिगुरु सदा सच साहिब है।
ਅੱਗੇ ਨੂੰ ਵੀ ਉਹ ਵਾਹਿਗੁਰੂ ਸੱਚਾ ਸਾਹਿਬ ਹੋਵੇਗਾ। ਉਸ ਦੀ ਨਾਈ ਜੋ ਵਡਿਆਈ ਹੈ, ਮਹਿਮਾ ਹੈ, ਉਹ ਵੀ ਸੱਚੀ ਹੈ। ਉਹ ਜੋ ਸੋਭਨੀਕ ਸੱਚਾ ਸਾਹਿਬ ਹੈ ਉਹ ਵੀ ਸੱਚਾ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਜਿਸਨੇ ਸੰਸਾਰ ਦੀ ਰਚਨਾ ਰਚਾਈ ਹੈ, ਬਣਾਈ ਹੈ, ਉਹ ਪਰਮਾਤਮਾ ਹੁਣ ਹੈ। ਪੀ ਤੋਂ ਭਾਵ ਪਿੱਛੇ ਭੀ ਸੀ, ਹੋਸੀ ਤੋਂ ਮਤਲਬ ਹੈ ਅੱਗੇ ਨੂੰ ਹੋਵੇਗਾ। ਜਾਏ ਨਾ ਜਾਸੀ, ਜਾਏ ਦਾ ਮਤਲਬ ਜੰਮਣਾ, ਜਾਸੀ ਦਾ ਮਤਲਬ ਮਰਨਾ। ਨਾ ਉਹ ਜੰਮਦਾ ਹੈ, ਨਾ ਉਹ ਪਰਮਾਤਮਾ ਮਰਦਾ ਹੈ। ਰੰਗੇ ਰੰਗੇ ਭਾਤੇ ਕਰ ਕਰ ਜਿਨਸੇ ਮਾਇਆ ਜਿਨ ਉਪਾਈ। ਕਾਲੇ ਪੀਲੇ ਸਾਂਵਲੇ ਆਦਿਕ ਰੰਗਾਂ ਰੰਗਾਂ ਦੀ ਮਧਰੇ ਜੇ ਲੰਬੇ ਗਿੱਠ ਮੁਠੀਏ ਆਦਿਕ ਭਾਂਤੀ ਤੋਂ ਭਾਵ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਪੈਦਾ ਵਾਹਿਗੁਰੂ ਨੇ ਕੀਤੀ। ਹਾਥੀ ਘੋੜਾ ਊਠ ਕੱਚਰ ਆਦਿਕ ਜਿਨਸਾਂ ਵੀ ਪੈਦਾ ਕੀਤੀਆਂ, ਪਰ ਆਪਣੇ ਆਪ ਨਹੀਂ ਪੈਦਾ ਕੀਤੀਆਂ। ਜਿਸ ਪਰਮੇਸ਼ਰ ਨੇ ਮਾਇਆ ਦੁਆਰੇ ਸ੍ਰਿਸ਼ਟੀ ਰਚੀ, ਇਹ ਕਹਿ ਦਿੱਤਾ ਨਾ ਕਿ ਮਾਇਆ ਜਿਹਨੂੰ ਭਾਈ, ਮਾਇਆ ਨਾਲ ਸ੍ਰਿਸ਼ਟੀ ਰਚੀ ਹੈ, ਆਪਣੇ ਆਪ ਸ੍ਰਿਸ਼ਟੀ ਨਹੀਂ ਰਚਦਾ, ਉਹ ਤਾਂ ਪਾਸੇ ਬੈਠਾ। ਮਾਇਆ ਨੂੰ ਕਹਿ ਦਿੱਤਾ ਜਾ ਵੀ ਸ੍ਰਿਸ਼ਟੀ ਰਚ। ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਉਹ ਪਰਮਾਤਮਾ ਆਪਣੇ ਕੀਤੇ ਸੰਸਾਰ ਨੂੰ ਆਪ ਦੇਖਣਾ ਕਰਦਾ ਹੈ, ਆਪ ਹੀ ਲੈ ਤਾਂ ਕਰ ਦਿੰਦਾ ਇਹਦੀ, ਜਿਵੇਂ ਉਹਦੀ ਵਡਿਆਈ, ਜਿਵੇਂ ਉਹਦੀ ਇੱਛਾ ਹੈ। ਆਪਣਾ ਕੀ ਜ਼ੋਰ ਹੈ ਉਹਦੀ ਇੱਛਾ ਦੇ ਅੱਗੇ। ਜੇ ਉਹ ਚਾਹੇ ਜੋ ਵੀ ਚਾਹੇ ਸੰਸਾਰ ਨਾਸ਼ ਕਰਨਾ ਬਣਾਉਣਾ, ਉਹਦੀ ਮਰਜ਼ੀ। ਜੋ ਤਿਸ ਭਾਵੈ ਸੋਏ ਕਰਸੇ ਫਿਰ ਹੁਕਮ ਨਾ ਕਰਨਾ ਜਾਏ। ਇਹ ਭੈਣ ਜੀ, ਜੋ ਕੁਝ ਪਰਮੇਸ਼ਰ ਨੂੰ ਪਾਉਂਦਾ ਉਹੀ ਉਹ ਕੁਝ ਕਰਦਾ। ਮੁੜ ਉਸ ਪਰ ਹੁਕਮ ਨਹੀਂ ਕੀਤਾ ਜਾ ਸਕਦਾ ਕਿ ਉਹ ਵਾਹਿਗੁਰੂ ਤੇ ਅਸੀਂ ਹੁਕਮ ਕਰੀਏ, ਫਿਰ ਉਸ ਦਾ ਹੁਕਮ ਫੇਰਿਆ ਨਹੀਂ ਜਾ ਸਕਦਾ। ਫਿਰ ਹੁਕਮ ਨਾ ਕਰਨਾ ਜਾਏ, ਫਿਰ ਦਾ ਮਤਲਬ ਫੇਰਨਾ। ਉਹਦਾ ਹੁਕਮ ਫਿਰਦਾ ਨਹੀਂ ਹੈ। ਜੇ ਤੁਸੀਂ ਕਹਿ ਦਿਓ ਕਿ ਹੁਣ ਵਾਹਿਗੁਰੂ ਦਾ ਹੁਕਮ ਹੋ ਗਿਆ ਤੇ ਅਸੀਂ ਉਹਨੂੰ ਫੇਰ ਦਈਏ ਕੋਈ ਜਾਣਾ, ਉਹਦੇ ਉੱਤੇ ਤਾਂ ਕੋਈ ਕਲਮ ਚੱਲਦੀ ਨਹੀਂ, ਉਹ ਤਾਂ ਫਿਰ ਹੋ ਗਿਆ ਜਿਹੜਾ ਹੋ ਗਿਆ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਏ। ਇੱਥੇ ਪਤ ਪਾਠ ਆਇਆ, ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਤਾਂ ਜਪਜੀ ਸਾਹਿਬ ਚ ਆਉਂਦਾ ਹੈ। ਇੱਥੇ ਆਇਆ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਉਹ ਸਾਹਿਬ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ, ਕਿਉਂਕਿ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹਾ ਪਾਤਸ਼ਾਹ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ, ਭੈਣ ਜੀ ਸਾਨੂੰ ਤੇ ਤੁਹਾਨੂੰ ਉਸ ਦੀ ਰਜਾਈ ਆਗਿਆ ਵਿੱਚ ਰਹਿਣਾ ਚਾਹੀਦਾ ਹੈ। ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹੀਏ। ਜੇ ਵਾਹਿਗੁਰੂ ਦੀ ਕਿਰਪਾ ਹੋਵੇ, ਉਹਦੀ ਆਗਿਆ ਦੇ ਵਿੱਚ ਅਸੀਂ ਸਾਰੇ ਜਾਣੇ ਚੱਲੀਏ, ਫਿਰ ਅਕਾਲ ਪੁਰਖ ਦੀ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਹੋ ਸਕਦੀ ਹੈ। ਤੋ ਐਸਾ ਮਹਾਰਾਜ ਨੇ ਪਵਿੱਤਰ ਉਪਦੇਸ਼ ਸੋਦਰ ਦੇ ਪੌੜੀ ਵਿੱਚ, ਫਿਰ ਇਸ ਤੋਂ ਪਹਿਲਾਂ ਸ਼ਬਦ ਆਏ ਰਹਿ ਰਾਸ ਦੇ, ਉਹਨਾਂ ਵਿੱਚ ਬਖਸ਼ਿਸ਼ ਕੀਤੀ ਹੈ। ਪਵਿੱਤਰ ਉਪਦੇਸ਼ ਹਰ ਰੋਜ਼ ਆਪਾਂ ਨੇ ਸੋਦਰ ਦਾ ਪਾਠ ਕਰਨਾ। ਤੋ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇੱਕ ਵਾਰ ਦਿਖਾਏ ਐਸੇ ਪੁਰਸ਼ ਦੇਖੇ ਜਿਨ੍ਹਾਂ ਦੇ ਧੌਣ ਵਿੱਚ ਕਿੱਲੇ ਗੱਡੇ ਹੋਏ ਸੀ, ਤਾਂ ਉਹਨਾਂ ਦੀ ਸਾਖੀ ਮਹਾਰਾਜ ਸੁਣਾਈ ਕਿ ਇਹਨਾਂ ਨੇ ਕਦੇ ਮੱਥਾ ਹੀ ਨਹੀਂ ਟੇਕਿਆ। ਮਹਾਰਾਜ ਜੀ ਇਹ ਕੌਣ ਨੇ? ਇਹ ਸਾਰੇ ਸੱਚਖੰਡ ਤੋਂ ਜਿਹੜੇ ਬਾਹਰ ਆ ਰਹੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਦੇ ਰਹਿ ਰਾਸ ਦਾ ਪਾਠ ਨਹੀਂ ਕੀਤਾ, ਭਾਵੇਂ ਵੀ ਉਹ ਸੱਚਖੰਡ ਚਲੇ ਜਾਣ ਤਾਂ ਵੀ ਰਹਿ ਰਾਸ ਦੇ ਸਮੇਂ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ। ਜਾਓ ਜਾ ਕੇ ਰਹਿ ਰਾਸ ਸੁਣ ਕੇ ਆਓ, ਕਿਉਂਕਿ ਤੁਸੀਂ ਦੁਨੀਆ 'ਚ ਰਹਿ ਰਾਸ ਨਹੀਂ ਪੜ੍ਹੀ। ਜਿਵੇਂ ਸ਼ਰਾਬੀ ਕਹਿੰਦੇ ਨਾ, ਧਰਮ ਰਾਜਾ ਕਹੂਗਾ ਵੀ ਤੁਸੀਂ ਸ਼ਰਾਬ ਨਹੀਂ ਪੀਤੀ, ਤੁਹਾਨੂੰ ਅਖੇ ਭੇਜੂਗਾ ਵਾਪਸ ਸ਼ਰਾਬ ਪੀਣ। ਇਹ ਤਾਂ ਉਹਨਾਂ ਦੇ ਢਕੌਂਸਲੇ ਨੇ, ਗੱਲਾਂ ਨੇ ਫਜ਼ੂਲ ਦੀਆਂ। ਪਰ ਅਸੀਂ ਕਹਿੰਦੇ ਵੀ ਜਿਹਨੇ ਰਹਿ ਰਾਸ ਨਹੀਂ ਨਾ ਪੜ੍ਹੀ, ਉਹ ਭਾਵੇਂ ਸੱਚਖੰਡ ਚਲਿਆ ਜਾਵੇ, ਪਰ ਉਹਨੂੰ ਮੁੜ ਕੇ ਰਹਿ ਰਾਸ ਸੁਣਨ ਆਉਣਾ ਪੈਣਾ ਦੁਬਾਰਾ। ਤਾਂ ਸਤਿਗੁਰੂ ਕਹਿੰਦੇ ਫਿਰ ਕਿਉਂ ਨਾ ਆਪਾਂ ਵਾਹਿਗੁਰੂ ਦੀ ਖੁਸ਼ੀ ਲੈਣ ਵਾਸਤੇ ਰਹਿ ਰਾਸ ਦਾ ਪਾਠ ਹਰ ਰੋਜ਼ ਕਰੀਏ। ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ, ਜਿਸ ਕਰਕੇ ਫਿਰ ਅਸੀਂ ਲੋਕ ਸੁਖੀ ਪਰ ਲੋਕ ਸੁਹੇਲੇ ਹੋ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ